ਯਾਦ ਹੋਣਾ ਕਿ ਜਦੋਂ ਪਹਿਲੇ ਟਾਈਮਾਂ ਦੇ ਉੱਤੇ ਲੋਕੀ ਬਾਹਰ ਜਾਂਦੇ ਹੁੰਦੇ ਸੀ ਹੋਰਾਂ ਕੰਟਰੀਆਂ ਦੇ ਵਿੱਚ, ਇੰਡੀਆ ਤੋਂ, ਪਾਕਿਸਤਾਨ ਤੋਂ, ਜਾਂ ਹੋਰਾਂ ਕਿਸੇ ਵੀ ਕੰਟਰੀ ਤੋਂ ਤੁਸੀਂ ਦੂਜੀ ਕੰਟਰੀ ਦੇ ਵਿੱਚ ਟਰੈਵਲ ਕਰਦੇ ਹੁੰਦੇ ਸੀ, ਤਾਂ ਤੁਹਾਨੂੰ ਐਕਸਚੇਂਜ ਰੇਟ ਮਿਲਦਾ ਹੁੰਦਾ ਸੀਗਾ। ਤੁਸੀਂ ਜਾਣਾ ਉਸ ਕੰਟਰੀ ਦੀ, ਉੱਥੇ ਕਰੰਸੀ ਯੂਜ਼ ਕਰਨੀ ਆ, ਤੇ ਕਰੰਸੀ ਯੂਜ਼ ਕਰਨ ਦੇ ਲਈ ਤੁਹਾਨੂੰ ਉੱਥੋਂ ਐਕਸਚੇਂਜ ਰੇਟ ਜਿਹੜਾ ਆ ਉਹ ਲੈਣਾ ਪੈਂਦਾ ਸੀਗਾ। ਸੋ ਇਹ ਉਹ ਐਕਸਚੇਂਜ ਰੇਟ ਆ ਜਿਹੜਾ ਐਕਚੁਅਲੀ ਇਟ ਟਰਨਸ ਇਨਟੂ ਰਿਟੇਲ ਸੈਕਟਰ, ਜਿਹੜਾ ਟਰਨਸ ਇਨਟੂ ਫੋਰੈਕਸ ਮਾਰਕੀਟ ਜਿਹਨੂੰ ਆਪਾਂ ਕਹਿ ਦਿੰਦੇ ਆ, ਫੋਰੈਕਸ ਐਕਸਚੇਂਜ। ਠੀਕ ਹੈ। ਸੋ ਇਹ ਉਹ ਪਹਿਲਾਂ ਤਾਂ ਕਮਰਸ਼ੀਅਲ ਹੁੰਦਾ ਸੀਗਾ ਕਿ ਬੈਂਕਾਂ ਟੂ ਬੈਂਕਾਂ, ਜਿੱਦਾਂ ਇੱਕ ਕੰਟਰੀ ਤੋਂ ਕੋਈ ਇੰਪੋਰਟ ਐਕਸਪੋਰਟ ਕਰਨਾ, ਬਿਜ਼ਨਸ ਕਰਨਾ, ਲੋਕਾਂ ਨੇ ਉਹ ਬੇਸਿਕਲੀ ਜਸਟ ਟੂ ਬਿਜ਼ਨਸਿਸ। ਪਰ 1971 ਤੋਂ ਬਾਅਦ ਇਹਨੂੰ ਐਕਚੁਅਲੀ ਫ੍ਰੀਲੀ ਫਲੋਟ ਕਰ ਦਿੱਤਾ ਗਿਆ ਮਾਰਕੀਟ ਦੇ ਵਿੱਚ, ਤਾਂ ਕਿ ਲੋਕੀ ਜਿਹੜੇ ਆ ਇਹਦੀ ਐਡਵਾਂਟੇਜ ਲੈ ਸਕਣ। ਅੱਜ ਹੁਣ ਜੇ ਆਪਾਂ ਗੱਲ ਕਰੀਏ, ਹੁਣ ਜਿੰਨੇ ਵੀ ਇੰਪੋਰਟਰ ਐਕਸਪੋਰਟਰ ਆ, ਜਾਂ ਕੋਈ ਪੋਰਟਫੋਲੀਓ ਮੈਨੇਜਰ ਹੁੰਦੇ ਆ, ਜਾਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਹੁੰਦੀਆਂ ਆ, ਡੇ ਟ੍ਰੇਡਰ ਆ, ਲੌਂਗ ਟਰਮ ਹੋਲਡਰ ਆ, ਹੈਜ ਫੰਡ ਯੂਜ਼ਰਸ ਆ, ਉਹ ਸਾਰੇ ਹੀ ਇਸ ਮਾਰਕੀਟ ਨੂੰ ਯੂਜ਼ ਕਰਦੇ ਆ। ਪਰ ਇੱਕ ਜਿਹੜੀ ਇਹਦੇ 'ਚ ਚੀਜ਼ ਹੁੰਦੀ ਆ ਮਾਰਕੀਟ ਦੇ ਵਿੱਚ, ਉਹ ਇਹ ਆ ਕਿ ਜਿਹੜੇ 90% ਇਹਦੇ ਵਿੱਚ ਰੋਜ਼ ਦੇ ਟ੍ਰੇਡ ਹੁੰਦੇ ਆ ਨਾ, ਉਹ ਇੱਕ ਸਪੈਕੂਲੇਟਿਵ ਹੁੰਦੇ ਆ, ਮਤਲਬ ਅੰਦਾਜ਼ੇ ਨਾਲ ਗੈਸ ਕਰਕੇ ਲੋਕੀ ਟ੍ਰੇਡਿੰਗ ਕਰਦੇ ਆ। ਨੋਟ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ 골ਡ ਉੱਪਰ ਜਾਣਾ, 골ਡ ਥੱਲੇ ਜਾਣਾ, ਆਹ ਕਰੰਸੀ ਸਟਰੋਂਗ ਹੋਣੀ, ਆਹ ਕਰੰਸੀ ਵੀਕ ਹੋਣੀ ਆ। ਸਿਰਫ 90% ਟ੍ਰੇਡ ਜਿਹੜੇ ਉਹ ਅੰਦਾਜ਼ੇ ਨਾਲ ਕੀਤੇ ਜਾਂਦੇ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਐਜੂਕੇਸ਼ਨ ਨਹੀਂ ਹੁੰਦੀ ਐਕਚੁਅਲੀ ਇਹਨਾਂ ਨੂੰ ਕਿਹੜੀ ਚੀਜ਼ ਹੈ ਜਿਹੜੀ ਇਫੈਕਟ ਕਰਦੀ ਹੈ। ਸੋ ਅੱਜ ਮੈਂ ਤੁਹਾਨੂੰ ਇਹ ਚੀਜ਼ ਸਿਖਾਊਂਗਾ, ਉਹ ਟੌਪ ਜਿਹੜੇ 10% ਲੋਕਾਂ ਦੇ ਵਿੱਚ ਹੈ, ਕਿੱਦਾਂ ਜਾਣਾ ਆ, ਉਹ ਲੋਕੀ ਕਿੱਦਾਂ ਸੋਚਦੇ ਆ, ਕੀ ਉਹਨਾਂ ਨੂੰ ਪਤਾ ਆ ਜਿਹੜਾ ਆਮ ਰਿਟੇਲਰ ਨੂੰ ਨਹੀਂ ਪਤਾ ਹੁੰਦਾ, ਜਿਹਦੇ ਲਈ ਆਮ ਰਿਟੇਲਰ ਕਦੀ ਆਪਣੀ ਐਫਰਟ ਵੀ ਨਹੀਂ ਪਾਉਂਦਾ। ਕਿਉਂਕਿ ਮੋਸਟਲੀ ਛੋਟੇ ਰਿਟੇਲਰ ਜਿਹੜੇ ਆ ਉਹ ਟਾਈਮ ਦੇ ਵਿੱਚ ਐਫਰਟ ਨਹੀਂ ਪਾਉਂਦੇ, ਤੇ ਟਾਈਮ ਹੀ ਇਸ ਮਾਰਕੀਟ ਦੇ ਲਈ ਸਾਰਿਆਂ ਨਾਲੋਂ ਜ਼ਰੂਰੀ ਹੈ। ਅਸੀਂ ਸਾਰੇ ਇਹ ਸੋਚ ਕੇ ਪਰੇ ਹੋਏ ਨੇ, ਲੈ ਇਹਨੂੰ ਹਫਤਾ ਲੱਗਣਾ ਲਰਨ ਕਰਨ ਨੂੰ, 2 ਮਹੀਨੇ ਲੱਗਣੇ, 5 ਮਹੀਨੇ ਲੱਗਣੇ, 6 ਮਹੀਨੇ ਲੱਗਣੇ ਲਰਨ ਕਰਨ ਨੂੰ। ਇਫ ਯੂ ਡੋਂਟ ਲਰਨ ਇਟ, ਤੁਹਾਡਾ ਟਾਈਮ ਤਾਂ ਲੰਘੀ ਜਾਣਾ ਹੈ। ਐਨੀਵੇ ਟਾਈਮ ਇਜ਼ ਕੰਪਲੀਟਲੀ ਅ ਮਿਥ, ਕਿਉਂਕਿ ਇਹਦਾ ਕਿਸੇ ਨੇ ਕੋਈ ਸਟਾਪ ਨਹੀਂ ਕਰ ਸਕਦਾ ਇਹਨੂੰ, ਚਾਹੇ ਤੁਹਾਡੀਆਂ ਘੜੀਆਂ ਤੇ ਆ, ਚਾਹੇ ਕਿਤੇ ਵੀ ਆ ਦੁਨੀਆ ਦੇ ਵਿੱਚ, ਇਹ ਟਾਈਮ ਨੂੰ ਕੋਈ ਨਹੀਂ ਸਟਾਪ ਕਰ ਸਕਦਾ। ਤੁਸੀਂ 올ਡ ਹੋਈ ਜਾਣਾ, ਗਰੋ ਹੋਈ ਜਾਣਾ ਆ, देयर इज नो ਸਟਾਪੇਜ। ਸੋ ਜੇ ਤੁਸੀਂ ਇਹ ਸੋਚ ਕੇ ਕਿਸੇ ਚੀਜ਼ ਨੂੰ ਲਰਨ ਕਰਨੋਂ ਹਟ ਜਾਓਗੇ ਕਿ ਇਹਨੂੰ ਟਾਈਮ ਲੱਗਣਾ ਆ, ਆਲਵੇਸ ਰਿਮੈਂਬਰ, ਕੋਈ ਡਾਕਟਰ ਆ ਉਹਨੂੰ 5 ਸਾਲ ਲੱਗਦੇ ਆ, ਕੋਈ ਅਕਾਊਂਟੈਂਟ ਆ ਉਹਨੂੰ 4 ਸਾਲ ਲੱਗਦੇ ਆ। ਸੋ ਡਿਫਰੈਂਟ ਡਿਫਰੈਂਟ ਪ੍ਰੋਫੈਸ਼ਨ ਦੇ ਵਿੱਚ ਜਾਣ ਦੇ ਲਈ ਇੰਨਾ ਟਾਈਮ ਜਿਹੜਾ ਆ ਡੈਡੀਕੇਟ ਕਰਨਾ ਪੈਂਦਾ ਆ। ਠੀਕ ਹੈ। ਫੋਰੈਕਸ ਦੇ ਵਿੱਚ ਇਟਸ ਲੀਸਟ ਅਮਾਉਂਟ ਆਫ ਟਾਈਮ ਯੂ ਨੀਡ, ਪਰ ਇਹਦੇ ਚ ਸਕਸੈਸਫੁਲ ਹੋਣ ਦੇ ਲਈ ਤੁਹਾਨੂੰ ਤੁਹਾਡੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਇਸ ਮਾਰਕੀਟ ਦੀ। ਇਹਦੇ ਤੇ ਟ੍ਰੇਡ ਕੀ ਹੁੰਦਾ ਆ, ਮਾਰਕੀਟ ਦੇ ਵਿੱਚ ਆਪਾਂ ਟ੍ਰੇਡ ਕੀ ਕਰਦੇ ਆ। ਸੋ ਜਦੋਂ ਫੋਰੈਕਸ ਟ੍ਰੇਡਿੰਗ ਆਪਾਂ ਬਾਈ ਤੇ ਸੈਲ ਕਰਦੇ ਆ, ਆਪਾਂ ਇਹਦੇ ਚ ਐਕਚੁਅਲੀ ਕਰੰਸੀ ਜਿਹੜੀ ਹੁੰਦੀ ਆ, ਕਿਸੇ ਵੀ ਕੰਟਰੀ ਦੀ ਕਰੰਸੀ ਆ, ਜਦੋਂ ਵੀ ਆਪਾਂ ਕੋਈ ਵੀ ਟ੍ਰੇਡ ਕਰਦੇ ਆ, ਆਪਾਂ ਇੱਕ ਉਸ ਕੰਟਰੀ ਦੀ ਕਰੰਸੀ ਨੂੰ ਟ੍ਰੇਡ ਕਰ ਰਹੇ ਹੁੰਦੇ ਆ, ਇੱਕ ਕਰੰਸੀ ਨੂੰ ਦੂਜੀ ਕਰੰਸੀ ਦੇ ਅਗੇਂਸਟ ਆਪਾਂ ਟ੍ਰੇਡ ਕਰ ਰਹੇ ਹੁੰਦੇ ਆ। ਸੋ ਇਸੇ ਕਰਕੇ ਹਮੇਸ਼ਾ ਜਦੋਂ ਵੀ ਆਪਾਂ ਦੇਖਦੇ ਆ ਕਿ ਇਹਦੇ ਵਿੱਚ ਪੇਅਰ ਹੁੰਦੇ ਆ, ਜਦੋਂ ਆਪਾਂ ਦੇਖਦੇ ਆ ਕਿ ਇਹਦੇ ਵਿੱਚ ਯੂਰੋ ਯੂਐਸਡੀ ਹੁੰਦਾ ਆ, ਜਾਂ ਯੂਐਸਡੀ ਜੇਪੀਵਾਈ ਹੁੰਦਾ ਆ, ਉਹਦਾ ਮਤਲਬ ਇਹੀ ਹੁੰਦਾ ਕਿ ਅਸੀਂ ਯੂਰੋ ਨਾਲ ਯੂਐਸ ਡਾਲਰ ਖਰੀਦ ਰਹੇ ਆ, ਯੂਐਸਡੀ ਜੇਪੀਵਾਈ ਦੇ ਵਿੱਚ ਹੁੰਦਾ ਆ ਡਾਲਰ ਦੇ ਨਾਲ, ਅਮਰੀਕਨ ਡਾਲਰ ਦੇ ਨਾਲ ਅਸੀਂ ਜੈਪਨੀਜ਼ ਯੈਨ ਖਰੀਦ ਰਹੇ ਆ। ਇੱਕ ਥੋੜੀ ਕਨਫਿਊਜ਼ਿੰਗ ਹੋ ਜਾਂਦੀ ਹੈ ਕਈਆਂ ਲੋਕਾਂ ਦੇ ਲਈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਲਈ ਇਹ ਨੋਰਮਲ ਐਵਰੀਡੇ ਚੀਜ਼ ਨਹੀਂ ਹੈਗੀ, ਨੋਰਮਲ ਐਵਰੀਡੇ ਅੰਡਰਸਟੈਂਡਿੰਗ ਨਹੀਂ ਹੈਗੀ ਕਿ ਇਹ ਐਕਚੁਅਲੀ ਕੀ ਆ। ਇਹ ਹੁੰਦਾ ਐਕਸਚੇਂਜ ਰੇਟ, ਇੱਕ ਕਰੰਸੀ ਤੋਂ ਦੂਜੀ ਕਰੰਸੀ ਜਿਹੜਾ ਐਕਸਚੇਂਜ ਰੇਟ ਹੁੰਦਾ ਆ, ਜਿਹੜਾ ਮੈਂ ਤੁਹਾਨੂੰ ਹੋਰ ਬ੍ਰੇਕਡਾਊਨ ਕਰਕੇ ਫਰਦਰ ਤੁਹਾਨੂੰ ਦੱਸੂਗਾ। ਸੋ ਇਸ ਕਰਕੇ ਇਹਦੇ ਚ ਇੱਕ ਸਾਰਿਆਂ ਨੂੰ ਕਨਫਿਊਜ਼ਿੰਗ ਪਾਰਟ ਇਹਦੇ ਚ ਇਹ ਹੁੰਦਾ, ਤੁਸੀਂ ਫਿਜ਼ੀਕਲੀ ਕੁਝ ਓਨ ਨਹੀਂ ਕਰਦੇ। ਸੋ ਈਵਨ ਤੁਸੀਂ ਇੱਕ ਲੋਟ ਦਾ ਟ੍ਰੇਡ ਲਾਇਆ ਆ, ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ $1 ਲੱਖ ਜਿਹੜਾ ਤੁਸੀਂ ਉਹਦੇ ਨਾਲ ਤੁਸੀਂ ਜੈਪਨੀਜ਼ ਯੈਨ ਖਰੀਦ ਰਹੇ ਆ। ਸੋ ਜਿੰਨੇ ਵੀ ਜੈਪਨੀਜ਼ ਯੈਨ ਹੋਊਗੇ $1 ਦੇ ਅਗੇਂਸਟ, ਉਹਨੇ ਨੂੰ ਉਹ ਮਲਟੀਪਲਾਈ ਹੋ ਜਾਊਗਾ, ਡਿਪੈਂਡ ਕਰਦਾ ਤੁਹਾਡਾ ਟ੍ਰੇਡ ਸਾਈਜ਼। ਸੋ ਤੁਹਾਡੇ ਲਈ ਉਹ ਫਿਜ਼ੀਕਲੀ ਤੁਹਾਡੇ ਹੱਥ 'ਚ ਉਹਨਾਂ ਪੈਸਾ ਨਹੀਂ ਹੈਗਾ, ਪਰ ਐਕਚੁਅਲੀ ਤੁਸੀਂ ਬਹੁਤ ਵੱਡੇ ਵੱਡੇ ਟ੍ਰੇਡ ਕਰ ਰਹੇ ਆ। ਇਸੇ ਕਰਕੇ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਹਮੇਸ਼ਾ ਰਿਸਕ ਮੈਨੇਜਮੈਂਟ ਕਰਨੀ ਚਾਹੀਦੀ ਹੈ, ਛੋਟੇ ਤੋਂ ਛੋਟਾ ਟ੍ਰੇਡ ਕਰਨਾ ਚਾਹੀਦਾ, ਤਾਂ ਕਿ ਤੁਹਾਨੂੰ ਐਕਚੁਅਲੀ ਪਹਿਲਾਂ ਅੰਡਰਸਟੈਂਡਿੰਗ ਹੋ ਸਕੇ ਮਾਰਕੀਟ ਘੁੰਮਦੀ ਕਿੱਦਾਂ, ਚੱਲਦੀ ਕਿੱਦਾਂ ਆ। ਠੀਕ ਹੈ। ਸੋ ਜਦੋਂ ਵੀ ਤੁਸੀਂ ਕਰੰਸੀ ਦੇ ਵਿੱਚ ਕਿਸੇ 'ਚ ਵੀ ਟ੍ਰੇਡ ਕਰਦੇ ਆ, ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਐਕਚੁਅਲੀ ਜਿਹੜੀ ਵੀ ਕਰੰਸੀ ਦੇ ਵਿੱਚ ਟ੍ਰੇਡ ਕਰਨ ਲੱਗੇ ਆ, ਉਹ ਉਸ ਕੰਟਰੀ ਦੇ ਵਿੱਚ ਤੁਸੀਂ ਸ਼ੇਅਰ ਬਾਏ ਕਰ ਰਹੇ ਆ। ਸੋ ਜਿੱਦਾਂ ਅਮਰੀਕਨ ਡਾਲਰ ਹੋ ਗਿਆ, ਉਹ ਅਮਰੀਕਾ ਦਾ ਇੱਕ ਸ਼ੇਅਰ ਆ, ਅਮਰੀਕਨ ਇਕਨੋਮੀ ਦਾ ਇੱਕ ਸ਼ੇਅਰ ਆ। ਪਾਉਂਡ ਦੇ ਵਿੱਚ ਟ੍ਰੇਡ ਕਰਦੇ ਆ, ਉਹ ਇੰਗਲੈਂਡ ਦਾ ਇੱਕ ਸ਼ੇਅਰ ਆ। ਯੂਰੋਪੀਅਨ ਯੂਰੋ ਕਰੰਸੀ ਬਾਈ ਕਰਦੇ ਆ, ਉਹਦੇ ਵਿੱਚ ਟ੍ਰੇਡ ਕਰਦੇ ਆ, ਤਾਂ ਐਕਚੁਅਲੀ ਯੂਰੋ ਦਾ ਯੂਰੋਪੀਅਨ, ਪੂਰੀ ਯੂਰੋਪੀਅਨ ਯੂਨੀਅਨ ਦੇ ਵਿੱਚ ਤੁਹਾਡਾ ਉਹ
ਇੱਕ ਸ਼ੇਅਰ ਤੁਸੀਂ ਬਾਏ ਕਰ ਰਹੇ ਆ। ਸੋ ਇਸੇ ਤਰ੍ਹਾਂ ਜਦੋਂ ਆਪਾਂ ਕੰਪਨੀਆਂ ਕਿਸੇ ਚ ਇਨਵੈਸਟ ਕਰਨਾ, ਟੈਸਲਾ ਦੇ ਵਿੱਚ, ਮਾਈਕਰੋਸਾਫਟ ਦੇ ਵਿੱਚ ਆਪਾਂ ਸ਼ੇਅਰ ਬਾਏ ਕਰਦੇ ਆ, ਆਪਾਂ ਉਹ ਕੰਪਨੀ ਦਾ ਇੱਕ ਹਿੱਸਾ ਓਨ ਕਰਦੇ ਆ। ਠੀਕ ਆ। ਸੋ ਇਸੇ ਤਰ੍ਹਾਂ ਕਰੰਸੀ ਵੀ ਹੁੰਦੀ ਆ। ਸੋ ਕਰੰਸੀਆਂ ਜਿਹੜੀਆਂ ਤੇ ਰੀਪ੍ਰੈਜ਼ੈਂਟ ਕੰਟਰੀਜ਼। ਸੋ ਕਰੰਸੀਆਂ ਜਿਹੜੀਆਂ ਉਹ ਕੰਟਰੀ ਨੂੰ ਰੀਪ੍ਰੈਜ਼ੈਂਟ ਕਰਦੀਆਂ। ਸੋ ਫੋਰੈਕਸ ਐਕਸਚੇਂਜ ਦੇ ਉੱਤੇ ਟ੍ਰੇਡ ਕੀ ਹੁੰਦਾ ਆ? ਸੋ ਪਹਿਲਾਂ ਤਾਂ ਜਿਹੜੀਆਂ ਪ੍ਰਾਈਸਿਸ ਹੁੰਦੀਆਂ ਐਕਸਚੇਂਜ ਦੀਆਂ, ਕਿੱਦਾਂ ਇਹ ਪ੍ਰਾਈਸਿਸ ਫਲਕਚੁਏਟ ਹੁੰਦੀਆਂ, ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਅਫੈਕਟ ਕਰਦੀਆਂ, ਕਿਉਂਕਿ ਆਪਾਂ ਹਰ ਵੇਲੇ ਜਿਹੜੀ ਆਪਾਂ ਜਦੋਂ ਵੀ ਟ੍ਰੇਡ ਪਲੇਸ ਹੁੰਦਾ ਆ, ਆਪਾਂ ਜਦੋਂ ਵੀ ਟ੍ਰੇਡਿੰਗ ਕਰਦੇ ਆ, ਆਪਾਂ ਦੋ ਕੰਟਰੀਆਂ ਦੀ ਕਰੰਸੀ ਲੈਂਦੇ ਆ, ਪਰ ਉਹ ਕਰੰਸੀ ਆਪਾਂ ਕੀ ਸੋਚ ਕੇ ਲੈਂਦੇ ਆ? ਸੋ ਇੱਥੇ ਜਿਹੜੇ ਆ ਹੁਣ 90% ਲੋਕੀ ਆ ਜਿਹੜੇ ਨਹੀਂ ਬਿਨਾਂ ਕੀ ਲਰਨ ਕੀਤੇ ਆਉਂਦੇ, ਉਹਨਾਂ ਦੇ ਵਿੱਚ ਤੇ ਤੁਹਾਡੇ ਵਿੱਚ ਇੱਥੋਂ ਇਹ ਡਿਫਰੈਂਸ ਪੈਣਾ ਸ਼ੁਰੂ ਹੋ ਜਾਏਗਾ ਕਿ ਵਾਟ ਥਿੰਗ, ਕਿਹੜੀਆਂ ਉਹ ਚੀਜ਼ਾਂ ਆ ਜਿਹੜੀਆਂ ਐਕਚੁਅਲੀ ਕਰੰਸੀ ਨੂੰ ਇਫੈਕਟ ਕਰਦੀਆਂ। ਸਾਰਿਆਂ ਨੂੰ ਇੰਪੋਰਟੈਂਟ ਹੁੰਦੀ ਪੋਲੀਟੀਕਲ ਸਟੇਬਿਲਿਟੀ। ਕਿਸੇ ਵੀ ਕੰਟਰੀ ਦੇ ਵਿੱਚ ਪੋਲੀਟੀਕਲੀ ਕਿੱਦਾਂ ਮੂਵਮੈਂਟ ਚੱਲ ਰਹੀ ਆ, ਉੱਥੇ ਦੀ ਗਵਰਨਮੈਂਟ ਕਿੰਨੀ ਸਟੇਬਲ ਆ, ਉੱਥੇ ਦੀ ਗਵਰਨਮੈਂਟ ਕਿੰਨੇ ਵਧੀਆ ਡਿਸੀਜਨ ਬਣਾ ਸਕਦੀ ਆ, ਕਿਉਂਕਿ ਉਹਨਾਂ ਦੀ ਮੈਜੋਰਟੀ ਆ ਪਾਰਲੀਮੈਂਟਸ ਦੇ ਵਿੱਚ ਉੱਥੇ ਦੀਆਂ ਦੇ ਵਿੱਚ। ਇਨਫਲੇਸ਼ਨ, ਕਿਸੇ ਕੰਟਰੀ ਦੇ ਵਿੱਚ ਮਹਿੰਗਾਈ ਕਿੰਨੀ ਆ, ਠੀਕ ਆ, ਘਟ ਰਹੀ ਆ ਮਹਿੰਗਾਈ, ਵੱਧ ਰਹੀ ਆ ਮਹਿੰਗਾਈ, ਇਹ ਚੀਜ਼ਾਂ ਦੇ ਨਾਲ ਉਸ ਕੰਟਰੀ ਦੀ ਕਰੰਸੀ ਇਫੈਕਟ ਹੁੰਦੀ ਆ। ਇੰਟਰਸਟ ਰੇਟ, ਕਿਸੇ ਕੰਟਰੀ ਦੇ ਵਿੱਚ ਇੰਟਰਸਟ ਰੇਟ ਕੀ ਆ, ਜ਼ਿਆਦਾ ਇੰਟਰਸਟ ਰੇਟ ਆ, ਘੱਟ ਇੰਟਰਸਟ ਰੇਟ ਆ। ਸੋ ਜਿੱਦਾਂ ਇੰਟਰਸਟ ਰੇਟ ਘੱਟ ਹੋਵੇ ਤਾਂ ਉਸ ਕੰਟਰੀ ਦੇ ਵਿੱਚ ਬਹੁਤ ਇਨਵੈਸਟਮੈਂਟ ਨਹੀਂ ਹੁੰਦੀ, ਉਸ ਕੰਟਰੀ ਦੇ ਵਿੱਚ ਕਰੰਸੀ ਦੀ ਵੈਲਿਊਏਸ਼ਨ ਨਹੀਂ ਹੁੰਦੀ, ਕਿਉਂਕਿ ਉੱਥੇ ਲੋਕਾਂ ਨੂੰ ਕੁਝ ਮਿਲਦਾ ਨਹੀਂ ਪੈਸੇ ਦੇ ਨਾਲ, ਮਤਲਬ ਉਹਦੇ ਪੈਸੇ ਦੇ ਵਿੱਚ ਉਹਦਾ ਕੋਈ ਇੰਟਰਸਟ, ਜੇ ਬੈਂਕਾਂ 'ਚ ਰੱਖ ਦਿਓ ਤੁਹਾਨੂੰ ਕੁਝ ਮਿਲਣਾ ਨਹੀਂ ਉਹਦੇ ਵਿੱਚੋਂ, ਤੁਹਾਨੂੰ ਕੋਈ ਬੈਂਕਾਂ ਨੇ ਕੋਈ ਪ੍ਰੋਫਿਟ ਨਹੀਂ ਦੇਣਾ ਉਸ ਕਰੰਸੀ ਦਾ। ਸੋ ਇਸ ਕਰਕੇ ਲੋਕੀ ਸਪੈਂਡ ਕਰਨ ਲੱਗ ਪੈਂਦੇ ਆ। ਪਰ ਜਦੋਂ ਇੰਟਰਸਟ ਰੇਟ ਵੱਧਦਾ ਆ, ਲੋਕੀ ਸੋਚਣ ਲੱਗ ਪੈਂਦੇ ਕਿ ਜੇ ਮੈਂ $100 ਰੱਖਾਂ ਤਾਂ ਮੈਨੂੰ ਇੰਨਾ ਇੰਟਰਸਟ ਰੇਟ ਪੈ ਕੇ ਸਾਲ ਬਾਅਦ 110 ਮਿਲ ਜਾਣੇ, 120 ਮਿਲ ਜਾਣੇ ਆ। ਸੋ ਪੀਪਲ ਸਟਾਰਟ ਪੁਟਿੰਗ ਮਨੀ ਇਨ ਅ ਬੈਂਕ। ਠੀਕ ਹੈ, ਜਿੰਨੀ ਵੋਲਿਊਮ, ਜਿੰਨੀ ਸਰਕੂਲੇਸ਼ਨ ਜਿਹੜੀ ਆ ਪੈਸੇ ਦੀ ਘਟ ਜਾਣੀ ਆ ਉਸ ਕਰੰਸੀ ਦੇ ਵਿੱਚ, ਕਿਉਂਕਿ ਬਹੁਤ ਸਾਰਾ ਪੈਸਾ ਬੈਂਕਾਂ ਦੇ ਵਿੱਚ ਚਲੇ ਗਿਆ, ਉਹਦੇ ਨਾਲ ਉਸ ਪੈਸੇ ਦੀ ਵੈਲਿਊ ਵੱਧ ਜਾਂਦੀ ਆ, ਮਤਲਬ ਉਹ ਕਰੰਸੀ ਜਿਹੜੀ ਆ ਸਟਰੋਂਗ ਹੋ ਜਾਂਦੀ। ਸੋ ਇਸੇ ਕਰਕੇ ਆਪਾਂ ਦੇਖਿਆ ਹੋਣਾ ਕਿ ਹੁਣ ਜਿੱਦਾਂ ਜਿੱਦਾਂ ਦੁਨੀਆ ਦੇ ਵਿੱਚ ਕਰੰਸੀਆਂ ਦੇ ਇੰਟਰਸਟ ਰੇਟ ਵਧੇ ਆ, ਉਦਾਂ ਉਦਾਂ ਉਸ ਕੰਟਰੀ ਦੀਆਂ ਕਰੰਸੀਆਂ ਵੀ ਸਟਰੋਂਗ ਹੋਈਆਂ ਆ। ਪਰ ਹੁਣ ਜਿੱਦਾਂ ਜਿੱਦਾਂ ਇਹ ਆਈ ਜਾਣਾ ਕਿ ਕਰੰਸੀਆਂ ਦੇ ਦੁਨੀਆ ਦੇ ਵਿੱਚ ਇੰਟਰਸਟ ਰੇਟ ਘਟਣੇ ਸ਼ੁਰੂ ਹੋ ਜਾਣੇ ਆ, ਉਦਾਂ ਉਦਾਂ ਉਹ ਜਿਹੜੀਆਂ ਕਰੰਸੀਆਂ ਆ ਹੋਰ ਵੀਕ ਹੋਣੀਆਂ ਸ਼ੁਰੂ ਹੋ ਜਾਣੀਆਂ। ਇਕਨੋਮਿਕ ਜਿਹੜੀ ਫੈਕਟਰ ਹੁੰਦੇ ਆ, ਇਹ ਵੀ ਬਹੁਤ ਇਫੈਕਟ ਕਰਦੇ ਆ। ਕੁਝ ਕਿਸੇ ਕੰਟਰੀ ਦੇ ਵਿੱਚ ਕਿੰਨੀ ਗਰੋਥ ਹੋ ਰਹੀ ਆ, ਕਿਸੇ ਕੰਟਰੀ ਵਿੱਚ ਕਿੰਨੀਆਂ ਫੈਕਟਰੀਆਂ ਲੱਗੀਆਂ ਆ, ਕਿਸੇ ਕੰਟਰੀ ਦੇ ਵਿੱਚ ਕਿੰਨੀ ਫੈਕਟਰੀ ਪ੍ਰੋਡਕਸ਼ਨ ਹੋ ਰਹੀ ਆ, ਉੱਥੇ ਕਿੰਨੀਆਂ ਜੌਬਾਂ, ਕਿੰਨੀਆਂ ਨਹੀਂ ਜੌਬਾਂ, ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਛੋਟੇ ਛੋਟੇ ਫੈਕਟਰ ਕਰੰਸੀ ਦੀ ਵੈਲਿਊ ਤੈਅ ਕਰਦੇ ਆ। Political condition is in issuing country. In some cases, government may try to control the price. So ਕਈਆਂ ਕੰਟਰੀਆਂ ਦੇ ਵਿੱਚ ਗਵਰਨਮੈਂਟਸ ਜਿਹੜੀਆਂ ਆ ਉਹ ਕਰੰਸੀ ਦੀ ਪ੍ਰਾਈਸ ਨੂੰ ਕੰਟਰੋਲ ਕਰਦੀ, ਜਿੱਦਾਂ ਮੋਸਟਲੀ ਚਾਈਨਾ। ਚਾਈਨਾ ਦੇ ਅੱਜ ਵੀ ਚਾਈਨਾ ਦੀ ਕਰੰਸੀ ਨੂੰ ਬਹੁਤ ਟ੍ਰੇਡਰ ਜਿਹੜੇ ਆ ਉਹ ਕੌਨਫੀਡੈਂਸ ਨਾਲ ਟ੍ਰੇਡ ਨਹੀਂ ਕਰਦੇ। ਸਿੰਪਲ ਰੀਜ਼ਨ ਹੈ ਕਿ ਉਹ ਮੈਨੀਪੂਲੇਟਡ ਬਹੁਤ ਹੁੰਦੀ ਆ। ਨਾਰਥ ਕੋਰੀਆ ਹੋ ਗਿਆ, ਉਹਨਾਂ ਦੀ ਕਰੰਸੀ ਨੂੰ ਕੋਈ ਟ੍ਰੇਡ ਨਹੀਂ ਕਰਦਾ। ਦੇਰ ਆਰ ਸੋ ਮੈਨੀ ਕੰਟਰੀਜ਼ ਇਨ ਦਿਸ ਵਰਲਡ ਜਿਨ੍ਹਾਂ ਦੀ ਕਰੰਸੀਆਂ ਨੂੰ ਟ੍ਰੇਡ ਨਹੀਂ ਕੀਤਾ ਜਾਂਦਾ, ਕਿਉਂਕਿ ਉਹ ਕਰੰਸੀਆਂ ਜਿਹੜੀਆਂ ਉੱਥੇ ਦੀ ਗਵਰਨਮੈਂਟ ਆਪਣੀ ਮਰਜ਼ੀ ਦੇ ਨਾਲ ਤੈਅ ਕਰਦੀ ਹੈ, ਜਿਹੜੀ ਕਿ ਬਾਕੀ ਦੁਨੀਆ ਦੇ ਵਿੱਚ ਉਹ ਐਕਸੈਪਟਡ ਨਹੀਂ ਹੁੰਦੀਆਂ। ਸੋ ਇਸ ਕਰਕੇ ਅਸੀਂ ਉਹਨੂੰ ਰੈਗੂਲਰ ਜਿਹੜੇ ਇਦਾਂ ਦੇ ਪਲੇਟਫਾਰਮਸ ਆ ਉਹਨਾਂ ਦੇ ਵਿੱਚ ਐਡ ਨਹੀਂ ਕਰਦੇ। ਸੋ ਇਹ ਪਰ ਇਹ ਜੋ ਮਰਜ਼ੀ ਗਵਰਨਮੈਂਟ ਕਰ ਲਵੇ, ਪਰ ਇਹ ਹੁੰਦਾ ਕਿ ਕੋਈ ਵੀ ਗਵਰਨਮੈਂਟ ਜਿਹੜੀ ਆ ਉਹ ਕਿਸੇ ਵੀ ਕਰੰਸੀ ਨੂੰ ਲੌਂਗ ਟਰਮ ਤੱਕ ਇੰਸਪਾਇਰ, ਜਿੱਦਾਂ ਉਹਨੂੰ ਇਫੈਕਟ ਨਹੀਂ ਕਰ ਸਕਦੀ। ਉਹ ਥੋੜੇ ਟੈਂਪਰੇਰੀ ਮਾਰਕੀਟ ਦੇ ਵਿੱਚ ਫੇਕ ਫਿਗਰਸ ਲਿਆ ਕੇ ਜਾਂ ਹੋਰ ਚੀਜ਼ਾਂ ਦੇ ਨਾਲ ਜਿਹੜੀਆਂ ਚੀਜ਼ਾਂ ਆਪਾਂ ਟ੍ਰੇਡ ਵੀ ਕਰਦੇ ਆ, ਉਹਨਾਂ ਗਵਰਨਮੈਂਟਸ ਦੇ ਵੱਲੋਂ ਵੀ ਕਈ ਵਾਰ ਟਰਾਈ ਕੀਤੀ ਜਾਂਦੀ ਆ, ਪਰ ਉਹ ਲੌਂਗ ਟਰਮ ਤੱਕ ਉਹਨਾਂ ਨੂੰ ਮੈਨੀਪੂਲੇਟ ਨਹੀਂ ਕਰ ਸਕਦੇ। ਸੋ ਇਸ ਕਰਕੇ ਇੱਕ ਥੋੜੇ ਚਿਰ ਬਾਅਦ, ਇੱਕ ਥੋੜੀ ਵੋਲਟੀਲਿਟੀ ਤੋਂ ਬਾਅਦ ਉਹ ਪ੍ਰਾਈਸਿਸ ਬੈਕ ਟੂ ਨੋਰਮਲ ਆ ਜਾਂਦੀਆਂ ਹੁੰਦੀਆਂ। ਸੋ ਇਹ ਬਹੁਤ ਇਸ ਮਾਰਕੀਟ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਪਾਰਟ ਹੈ, ਕਿਉਂਕਿ ਇਸ ਮਾਰਕੀਟ ਨੂੰ ਕੋਈ ਵੀ ਇੱਕ ਗਵਰਨਮੈਂਟ, ਇੱਕ ਬੰਦਾ ਇਨਫਲੂਐਂਸ ਨਹੀਂ ਕਰ ਸਕਦਾ। ਇਸ ਕਰਕੇ ਇਸ ਮਾਰਕੀਟ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਟਰਸਟ ਪਾਇਆ ਜਾਂਦਾ ਹੈ, ਕਿਉਂਕਿ